ਇੱਕ ਪਿੱਖਾ, ਦੂਸਰਾ ਉਹਦਾ ਨਾਮ ਸੀ ਸੋਖਾ, ਅਤੇ ਤੀਜੇ ਦਾ ਨਾਮ ਸੀਗਾ ਤੋਖਾ, ਚੌਥੇ ਦਾ ਨਾਮ ਸੀ ਗੋਖਾ, ਅਤੇ ਪੰਜਵੇਂ ਦਾ ਨਾਮ ਸੀ ਚੋਖਾ, ਅਤੇ ਛੇਵੇਂ ਦਾ ਨਾਮ ਸੀ ਟੋਡਾ। ਭਾਈ ਪਿੱਖਾ ਅਤੇ ਟੋਡਾ ਤਾਂ ਗੁਰੂ ਅਮਰਦਾਸ ਦੇ ਆਨੰਦ ਸੇਵਕਾਂ ਦਾ ਜ਼ਿਕਰ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ 11ਵੀਂ ਵਾਰ ਦੀ 21ਵੀਂ ਪੌੜੀ ਦੇ ਵਿੱਚ ਇਹਨਾਂ ਦਾ ਜ਼ਿਕਰ ਕੀਤਾ। 9 ਆਏ ਇਹਨਾਂ ਦੇ। ਜਿਹੜੇ ਆਪਾਂ ਹੁਣ ਸਵਈਆਂ ਦਾ ਪਾਠ ਕਰਨਾ ਹੈ, ਇਹ 11 ਦੀ ਗਿਣਤੀ ਹੈ ਇਹਨਾਂ ਭੱਟਾਂ ਦੀ। ਧਿਆਨ ਦੇ ਨਾਲ ਤੁਸੀਂ ਪਾਠ ਹੋਏਗਾ, ਉਹਦੇ ਨਾਲ ਸਮੇਂ ਸਮੇਂ ਇਹਦੇ ਵਿੱਚ ਜਿਹੜਾ ਪਿੱਖਾ ਸੀਗਾ ਇਹਦੀ ਆਪਣੀ ਬਾਣੀ ਹੈ, 2 ਸਵਈਏ ਨੇ ਇਹਦੇ। ਫਿਰ ਪਿੱਖਾ ਦਾ ਪੁੱਤਰ ਸੀ ਮਥੁਰਾ, ਇੱਕ ਉਹਦਾ ਨਾਮ ਸੀ ਜਾਲਪ, ਤੀਜੇ ਦਾ ਨਾਮ ਸੀ ਕੀਰਤ। ਇਹ ਤਿੰਨਾਂ ਦੀ ਬਾਣੀ ਇਹ ਸਵਈਆਂ ਵਿੱਚ ਆਏਗੀ। ਦੂਸਰਾ ਭਰਾ ਸੀਗਾ ਸੋਖਾ, ਸੋਖੇ ਦਾ ਪੁੱਤਰ ਜਿਹੜਾ ਸੀ ਉਹ ਆਊਗਾ ਸੱਲ ਅਤੇ ਭੱਲ। ਇਹ 2 ਪੁੱਤਰ, ਉਹਨਾਂ ਦੀ ਵੀ ਬਾਣੀ ਇਹਨਾਂ ਸਵਈਆਂ 'ਚ ਆਵੇਗੀ। ਤੀਸਰਾ ਸੀਗਾ ਤੋਖਾ, ਤੋਖੇ ਦਾ ਪੁੱਤਰ ਸੀ ਬਲ, ਬਲ ਦੀ ਬਾਣੀ ਵੀ ਇਹਦੇ ਵਿੱਚ ਆਏਗੀ। ਫਿਰ ਅੱਗੇ ਆ ਗਿਆ ਗੋਖਾ, ਗੋਖੇ ਦਾ ਪੁੱਤਰ ਸੀ ਭੱਟ ਹਰਬੰਸ, ਉਹਦੀ ਵੀ ਬਾਣੀ ਸਵਈਆਂ ਵਿੱਚ ਆਏਗੀ। ਫਿਰ ਪੰਜਵਾਂ ਸੀ ਚੋਖਾ, ਚੋਖੇ ਦਾ ਪੁੱਤਰ ਸੀ ਕਲਸਹਾਰ ਅਤੇ ਗਯੰਦ। ਇਹ 10 ਦੀ ਗਿਣਤੀ ਹੋ ਗਈ ਹੈ। ਮੈਂ ਕੱਲ੍ਹ ਵੀ ਬੇਨਤੀ ਕੀਤੀ ਸੀ, ਜਿਹੜੀ ਭੱਟ ਬਹੀਆਂ ਨੇ ਅਤੇ ਉਹਦੇ ਵਿੱਚ ਇਹ 9 ਲਿਖਣੋਂ ਜਾਂ ਰਹਿ ਗਿਆ ਜਾਂ ਵਿਦਵਾਨਾਂ ਨੇ ਵੇਖਿਆ ਨਹੀਂ। ਇੱਕ ਰਹਿ ਗਿਆ ਨਲ, ਨਲ ਦੇ ਵੀ 15 ਸਵਈਏ। ਇਹ 11 ਭੱਟਾਂ ਦੀ ਬਾਣੀ ਇਸ ਗੁਰਬਾਣੀ ਦੇ ਵਿੱਚ ਅੰਕਿਤ ਹੈ। ਹੁਣ ਅਸੀਂ ਜਿਹੜੀ ਮਹੱਲਾ ਪਹਿਲੇ ਦੀ ਬਾਣੀ, ਇਹ ਹੈ ਕਲ ਸਹਾਰ, ਕਲ ਕਵੀ ਦੀ ਬਾਣੀ ਹੈ। ਇਹਦੇ ਵਿੱਚ ਇਹ 10 ਇਹ ਸਵਈਆਂ ਦੀ ਗਿਣਤੀ ਉਸ ਪ੍ਰਕਾਰ ਤਾਂ 10 ਹੈ, ਪਰ ਇਹਦੇ ਵਿੱਚ ਇੱਕ ਏਕਾ ਜਿਹੜਾ ਸੀਗਾ ਉਹ ਲੱਗਣ ਦੇ ਨਾਲ ਜਿਹੜੀਆਂ ਪੁਰਾਤਨ ਹੱਥ ਲਿਖਤਾਂ ਨੇ ਕਰਤਾਰਪੁਰ ਦੇ ਸਰੂਪ ਵਿੱਚ ਇਹਦੀ ਗਿਣਤੀ 9 ਹੈ। ਇਹ ਛੰਦ ਮੁਤਾਬਕ ਇਹ ਛੰਦ ਹੈ ਜਿਹੜਾ ਪਹਿਲਾ ਸ਼ੁਰੂ ਕਰਨ ਲੱਗੇ ਇਹ ਕਲਸ ਛੰਦ ਇਹਨੂੰ ਕਹਿੰਦੇ ਨੇ। ਪਿੰਗਲ ਗਿਆਤੇ, ਕਲਸ ਦਾ ਭਾਵ ਹੁੰਦਾ ਵਾ ਘੜਾ, ਘੜੇ ਦੇ ਉੱਤੇ ਇੱਕ ਹੋਰ ਘੜਾ ਰੱਖਿਆ ਹੋਵੇ, 2 ਘੜੇ, ਇੱਕ ਛੰਦ ਦੇ ਉੱਤੇ ਇੱਕ ਹੋਰ ਛੰਦ ਰੱਖ ਦਿੱਤਾ, ਰਚਨਾ ਉਹਦੀ ਬਣਾਤੀ ਇਸ ਢੰਗ ਦੇ ਨਾਲ, ਉਹਨੂੰ ਕਹਿੰਦੇ ਨੇ ਕਲਸ ਛੰਦ। ਇਹ ਪਹਿਲਾ ਕਲਸ ਛੰਦ ਦੀ ਰਚਨਾ ਇਹਦੇ ਵਿੱਚ ਆਈ ਹੈ। ਫਿਰ ਇਹਦੇ ਵਿੱਚ ਹੀ ਛੱਪੇ ਛੰਦ, 6 ਪਦਾਂ ਵਾਲੇ ਛੰਦ ਆਉਣਗੇ ਇਹਦੇ ਵਿੱਚ। ਉਹਨਾਂ ਦੀ ਗਿਣਤੀ ਹੁਣ ਜਿਸ ਤਰ੍ਹਾਂ ਛਪ ਰਿਹਾ ਸਰੂਪ, ਇਹਦੇ ਵਿੱਚ 10 ਦੀ ਗਿਣਤੀ ਹੈ। ਕਰਤਾਰਪੁਰ ਵਾਲੇ ਸਰੂਪ ਦੇ ਵਿੱਚ ਅਤੇ ਕੁਝ ਦਮਦਮੀ ਸਰੂਪ ਦੀਆਂ ਸਾਖਾਂ ਵਿੱਚ ਇਹਦੀ ਗਿਣਤੀ 9 ਹੈ। ਉਹਦਾ ਕਾਰਨ ਹੈ ਵੀ ਕਲਸ ਛੰਦ ਜਿਹੜਾ ਪਹਿਲਾ ਸੀ ਏਕਾ ਲੱਗਿਆ ਹੋਇਆ, ਉਹ ਦੂਸਰੇ ਛੰਦ ਦੇ ਵਿੱਚ ਏਕਾ ਲਿਖਾਰੀਆਂ ਨੇ ਲਾਇਆ ਵਾ। ਜਿਹੜਾ ਛਪ ਰਿਹਾ ਹੈ ਉਹਨਾਂ ਨੇ ਉੱਥੇ ਦੂਆ ਲਾ ਦਿੱਤਾ, ਉਹਦੀ ਗਿਣਤੀ 10 ਬਣ ਗਈ। ਪਰ ਹੱਥ ਲਿਖਤ ਜਿਹੜੇ ਸਰੂਪ ਪੁਰਾਤਨ ਨੇ ਉਹਨਾਂ ਦੇ ਮੁਤਾਬਕ ਇਹਦੀ ਗਿਣਤੀ 9 ਬਣਦੀ ਆ। ਮੈਂ ਹੁਣ ਸਵਈਏ ਜਿਹੜੇ ਸ਼ੁਰੂ ਕਰਨ ਲੱਗਾ, ਧਿਆਨ ਦੇ ਨਾਲ ਤੁਸੀਂ ਪਿਆਰ ਦੇ ਨਾਲ ਸੁਣੋ। ਸਵਈਏ ਮਹੱਲੇ ਪਹਿਲੇ ਕੇ, ਇਹਨੂੰ ਪਹਿਲੇ ਦੇ ਕੇ ਇੱਕ ਏਕਾ ਹੋਰ ਲਿਖਿਆ ਹੋਇਆ, ਉਹਨੂੰ ਅਸੀਂ ਨਾਲ ਨਹੀਂ ਪੜ੍ਹਨਾ। ਕਈ ਕਹਿੰਦੇ ਪਹਿਲੇ ਕੇ ਪਹਿਲਾ ਇਉਂ ਵੀ ਕਰਦੇ ਨੇ, ਪਰ ਇਹ ਦਰੁਸਤ ਨਹੀਂ ਹੈ ਗੱਲ। ਉਹ ਦੱਸਿਆ ਵੀ ਪਹਿਲੇ ਪੜ੍ਹਨਾ, ਇਹਨੂੰ ਇੱਕ ਅੰਕ ਵੀ ਲਿਖ ਦਿੱਤਾ ਅਤੇ ਅੱਖਰਾਂ ਵਿੱਚ ਵੀ ਲਿਖ ਦਿੱਤਾ। ਇਹਦਾ ਕਰਨਾ ਪਹਿਲਾਂ ਜਿਹੜੇ ਪੰਜਵੇਂ ਪਾਤਸ਼ਾਹ ਦੇ ਸੀ ਉੱਥੇ ਸੱਸਾ, ਉਹ ਵੱਵਾ, ਯਈਆ, ਜਈਆ ਦੇ ਉੱਤੇ ਲਾ, ਉਹਨੂੰ ਫਿਰ ਅਸੀਂ ਜਈਏ ਜਿਹੜਾ ਸਵਰ ਹੋ ਕੇ ਆਇਆ ਉਹਨੂੰ ਅਸੀਂ ਸੱਸਾ, ਉਹ ਵੱਵਾ ਅਤੇ ਈਵੜੀ
ਬਿਹਾਰੀ ਅਤੇ ਈਵੜੀ ਲਾ, ਉਹਨੂੰ ਕਹਿਣਾ ਸਵਈਏ। ਇੱਥੇ ਹੁਣ ਜਿਹੜਾ ਸ਼ਬਦ ਹੈ ਸੱਸਾ ਵਾਵਾ ਈਵੜੀ ਬਿਹਾਰੀ ਤੇ ਈਵੜੀ ਲਾ, ਇਹਨੂੰ ਸਵਈਏ ਮਹੱਲੇ ਪਹਿਲੇ ਕੇ ਇੱਕ ਓੰਕਾਰ ਸਤਿਗੁਰ ਪ੍ਰਸਾਦ। ਇੱਕ ਮਨ ਪੁਰਖ ਧਿਆਏ ਬਰਦਾਤਾ ਸੰਤ ਸਹਾਰ ਸਦਾ ਵਿਖਿਆਤਾ। ਤਾਸ ਚਰਨ ਲੈ ਹਿਰਦੈ ਬਸਾਵੋਂ ਤੋ ਪਰਮ ਗੁਰੂ ਨਾਨਕ ਗੁਣ ਗਾਵੋਂ। ਇਹ ਸੀ ਕਲਸ਼ ਛੰਦ ਦਾ 4 ਤੁਕਾਂ। ਅੱਗੇ ਫਿਰ ਉਹ ਛੰਦ ਬਣਾਇਆ। ਇਹ ਏਕਾ ਜਿਹੜਾ ਲੱਗਾ ਸੀ ਉਹਨਾਂ ਸਰੂਪਾਂ ਦੇ ਵਿੱਚ ਇੱਥੇ ਵੀ ਏਕਾ, ਅਤੇ ਕਈ ਪ੍ਰਾਤਨ ਸਰੂਪ ਹੈ ਇੱਥੇ ਏਕਾ ਨਹੀਂ ਹੈ। ਕਈਆਂ ਨੇ ਅਗਲੇ ਛੰਦ ਦੇ ਵਿੱਚ ਹੀ ਏਕਾ ਲਾ ਕੇ ਇਹਦੀ ਗਿਣਤੀ 9 ਕੀਤੀ ਹੈ। ਮੌਜੂਦਾ ਵਿੱਚ ਇੱਕ ਦੂਆ ਲਾਇਆ ਇੱਥੇ ਅੱਗੇ ਛੰਦ ਦੇ ਵਿੱਚ ਅੱਗੇ ਇਹਨੂੰ ਸਿੰਘ ਬਲੋਕਣਾ ਛੰਦ ਵੀ ਵਿਦਵਾਨ ਕਹਿੰਦੇ ਨੇ। ਸਿੰਘ ਬਲੋਕਣਾ ਹੁੰਦਾ ਵੀ ਜਦੋਂ ਸ਼ੇਰ ਜਾਂਦਾ ਸ਼ਿਕਾਰ ਵਾਸਤੇ ਤਾਂ ਉਹ ਪਿੱਛੇ ਵੀ ਝਾਤ ਮਾਰਦਾ ਵਾ, ਆਪਣੀ ਨਿਗਾਹ ਪਿੱਛੇ ਵੀ ਰੱਖਦਾ ਵੀ ਪਿੱਛੋਂ ਕੋਈ ਹੋਰ ਵਿਰੋਧੀ ਮੇਰੇ ਉੱਤੇ ਕੋਈ ਵਾਰ ਨਾ ਕਰੇ। ਬੜਾ ਸਾਵਧਾਨ ਹੁੰਦਾ ਸ਼ੇਰ ਜਿਹੜਾ। ਇਹ ਛੰਦ ਜਿਹੜੇ ਨੇ ਇਹਨੂੰ ਸਿੰਘ ਬਲੋਕਣਾ ਛੰਦ ਕਹਿੰਦੇ ਨੇ। ਵੀ ਇੱਕ ਤੁਕ ਜਿਹੜੀ ਪਿਛਲੀ ਹੈ ਉਹ ਫਿਰ ਅਗਲੀ ਤੁਕ ਵੀ ਨਾਲ ਸਮਿਲਿਤ ਹੋ ਜਾਂਦੀ ਹੈ। ਸਿਆਣੇ ਵਿਦਵਾਨ, ਚਲੋ ਸਾਰਿਆਂ ਵਾਸਤੇ ਤਾਂ ਨਹੀਂ ਗੱਲ ਹੁੰਦੀ, ਸਮਝ ਨਹੀਂ ਹੁੰਦੀ। ਚੂੜਾਮਨ ਕਵੀ ਭਾਈ ਸੰਤੋਖ ਸਿੰਘ ਜੀ ਨੇ ਬਹੁਤ ਵਿਸਥਾਰ ਦੇ ਨਾਲ ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਲਿਖਿਆ ਵਾ। ਉਸ ਗ੍ਰੰਥ ਦੇ ਵਿੱਚ ਸਿੰਘ ਬਲੋਕਣਾ ਛੰਦ ਜਿਹੜੇ ਨੇ ਬਹੁਤ ਵਾਰੀ ਵਰਤੇ ਨੇ ਔਰ ਬੜੀ ਖੂਬਸੂਰਤੀ ਦੇ ਨਾਲ ਵਰਤੇ ਨੇ। ਬੜੇ ਸੁੰਦਰ ਸ਼ਬਦ ਵਰਤੇ ਨੇ, ਦੇਖ ਕੇ ਪੜ੍ਹਨ ਵਾਲਿਆਂ ਨੂੰ ਵੀ ਸੁਣਨ ਵਾਲਿਆਂ ਨੂੰ ਬੜਾ ਆਨੰਦ ਆਉਂਦਾ। ਉਹ ਛੰਦ ਦਾ ਨਾਂ ਸਿੰਘ ਬਲੋਕਣਾ। ਜਿਵੇਂ ਪਿੱਛੇ ਸੀ ਗਾਵੋਂ ਸ਼ਬਦ ਆਇਆ ਸੀ, ਤੋ ਪਰਮ ਗੁਰੂ ਨਾਨਕ ਗੁਣ ਗਾਵੋਂ, ਉਹ ਗਾਵੋਂ ਤੋਂ ਵੀ ਅਗਲਾ ਜਿਹੜਾ ਸੀ ਗਾਵੋਂ ਗੁਣ ਪਰਮ ਗੁਰੂ ਸੁਖ ਸਾਗਰ ਦੁਰਤ ਨਿਵਾਰਨ ਸ਼ਬਦ ਸਾਰੇ। ਗਾਵੇਂ ਗੰਭੀਰ ਧੀਰ ਮਤ ਸਾਗਰ ਜੋਗੀ ਜੰਗਮ ਧਿਆਨ ਧਰੇ। ਗਾਵੇਂ ਇੰਦਰਾਦ ਭਗਤ ਪ੍ਰਹਿਲਾਦਿਕ ਆਤਮ ਰਸ ਜਨ ਜਾਣਿਓ। ਕਾਬ ਕਲ ਸੁਜਸ ਗਾਵੋਂ ਗੁਰੂ ਨਾਨਕ ਰਾਜ ਜੋਗ ਜਨ ਮਾਣਿਓ। ਇਹ ਇੱਕ ਛੰਦ ਜਿਹੜਾ ਸੀਗਾ ਉਹ ਇੱਥੇ ਪੂਰਾ ਹੋ ਗਿਆ। ਅੱਗੇ ਫਿਰ ਇਸੇ ਤਰ੍ਹਾਂ ਹੀ ਜਿਹੜੇ ਛੰਦ ਚੱਲਦੇ ਨੇ ਉਹ ਵੀ ਕਲਸ਼ ਛੰਦ ਹੀ ਨੇ। ਗਾਵੇਂ ਜਨਕਾਦ ਜੁਗਤ ਜੋਗੇਸ਼ਵਰ ਹਰ ਰਸ ਪੂਰਨ ਸਰਬ ਕਲਾ। ਗਾਵੇਂ ਸੰਕਾਦ ਸਾਧ ਸਿਧਾਦਿਕ ਮੁਨ ਜਨ ਗਾਵੇਂ ਅਛਲ ਛਲਾ। ਗਾਵੈ ਗੁਣ ਧੂਮ ਅਟਲ ਮੰਡਲ ਵੈ ਭਗਤ ਭਾਏ ਰਸ ਜਾਣਿਓ। ਕਾਵਿ ਕਲ ਸੁਜਸ ਗਾਵੋਂ ਗੁਰੂ ਨਾਨਕ ਰਾਜੋਗ ਜਨ ਮਾਣਿਓ। ਇਹ ਪੰਕਤੀ ਸਮੱਸਿਆ ਦੀ ਹੈ। ਹਰ ਛੰਦ ਦੇ ਮਗਰ ਉਹੀ ਪੰਕਤੀ ਕਾਵਿ ਕਲ ਸੁਜਸ ਗਾਵੋਂ ਗੁਰੂ ਨਾਨਕ ਰਾਜੋਗ ਜਨ ਮਾਣਿਓ। ਮਾਣਿਓ ਸ਼ਬਦ ਜਿਹੜਾ ਊੜਾ ਖੁੱਲ੍ਹਾ ਹੈ, ਇਹ ਊੜੇ ਖੁੱਲ੍ਹੇ ਦੇ ਉੱਤੇ ਬਿੰਦੀ ਦਾ ਪ੍ਰਯੋਗ ਨਹੀਂ ਕਰਨਾ। ਇਹਨੂੰ ਬਿਨਾਂ ਬਿੰਦੀ ਤੋਂ ਅਸੀਂ ਪੜ੍ਹਨਾ ਹੈ। ਅਛਲ ਸ਼ਬਦ ਜਿਹੜਾ ਹੈ ਉਹ ਐੜਾ ਡੈਸ ਪਾ ਕੇ ਜਮਾ ਜੋ ਛਲਿਆ ਨਾ ਜਾਵੇ। ਅਛਲ ਜੋ ਕਿ ਜਿਸ ਨੂੰ ਕੋਈ ਛਲ ਨਾ ਸਕੇ, ਉਹਦਾ ਵਿਰੋਧੀ ਸ਼ਬਦ ਅੱਗੇ ਅਗੇਤਰ ਲਾ ਕੇ ਅਛਲ ਨਹੀਂ ਕਹਿਣਾ। ਅਛਲ ਐੜਾ ਡੈਸ ਤੇ ਛਲ, ਛਲ ਦੇ ਅੱਗੇ ਅਛਲ, ਜਿਵੇਂ ਅਪਾਰ ਅਮਾਰ ਅਗਾਮ, ਇਹ ਸਾਰੇ ਸ਼ਬਦ ਇਸ ਤਰ੍ਹਾਂ ਹੀ ਆਉਂਦੇ ਨੇ। ਗਾਵਹਿ ਕਪਿਲਾਦ ਆਦ ਜੋਗੇਸ਼ਵਰ ਅਪਰੰਪਰ ਅਵਤਾਰ ਵਰੋ। ਅਪਰੰਪਰ ਵੀ ਇਸੇ ਤਰ੍ਹਾਂ ਹੀ ਐੜਾ ਜਮਾ ਡੈਸ ਪਾ ਕੇ ਪਰੰਪਰ, ਪਰੰਪਰ ਦੇ ਅੱਗੇ ਐੜਾ ਅਪਰੰਪਰ ਅਵਤਾਰ ਵਰੋ। ਗਾਵੈ ਜਮ ਦਗਨ ਪਰਸਰਾਮੇਸ਼ਵਰ ਕਰ ਕੁਠਾਰ ਰਾਗੋ ਤੇਜ ਹਰਿਓ। ਛੋਟੇ ਛੋਟੇ ਸ਼ਬਦਾਂ ਦੇ ਵਿੱਚ ਬੜੇ ਪ੍ਰਸੰਗ ਨੇ।
ਜਿਹੜੇ ਸਨਾਤਨ ਧਰਮ ਗ੍ਰੰਥਾਂ ਦੇ ਵਿੱਚ ਅੰਕਿਤ ਕੀਤੇ ਹੋਏ ਨੇ। ਇਹ ਜਿਹੜਾ ਰਾਜਾ ਸੀਗਾ ਜਮਦਗਨੀ ਰਿਸ਼ੀ ਸੀਗਾ, ਤਪ ਕਰਦਾ ਸੀ ਜੰਗਲ ਦੇ ਵਿੱਚ, ਪਹੁੰਚੀ ਹੋਈ ਰੂਹ ਸੀਗੀ, ਤੇ ਸਹੰਸਰ ਬਾਹੂ ਇਹਦਾ ਸਾਧੂ ਸੀ। ਇਹ ਰਾਜਾ ਇੱਕ ਵਾਰੀ ਆਪਣੇ ਰਾਜ ਨਾਲ ਸੂਰਬੀਰ ਬਹਾਦਰਾਂ ਨੂੰ ਨਾਲ ਲੈ ਕੇ ਜੰਗਲ ਦੇ ਵਿੱਚ ਹੀ ਜਾ ਰਿਹਾ ਸੀ। ਉਹਦੀ ਘਰਵਾਲੀ ਕਹਿਣ ਲੱਗੀ, ਮੇਰੀ ਇੱਥੇ ਭੈਣ ਰਹਿੰਦੀ ਹੈ ਰੇਣਕਾ, ਜਮਦਗਨੀ ਰਿਸ਼ੀ ਇੱਥੇ ਮਿਲ ਚੱਲੀਏ ਉਹਨੂੰ। ਕਹਿੰਦੇ ਉਹਨੂੰ ਮਿਲਣ ਵਾਸਤੇ ਜਦੋਂ ਗਏ, ਉਹਨੇ ਬੀਬੀ ਨੇ ਕਿਹਾ, ਰੇਣਕਾ ਨੇ, ਵੀ ਇਹ ਮੇਰੀ ਭੈਣ ਆਈ ਹੈ ਨਾਲ, ਇਹ ਰਾਜਾ ਇਸ ਮੁਲਕ ਦਾ, ਬਹੁਤ ਸਾਰੇ ਸਿਪਾਹ ਸਲਾਰ ਨੇ ਇਹਦੇ ਨਾਲ, ਇਹਨਾਂ ਨੂੰ ਭੋਜਨ ਛਕਾਈਏ। ਪਹਿਲਾਂ ਤਾਂ ਜਮਦਗਨੀ ਕਹਿਣ ਲੱਗਾ ਵੀ ਰਾਜਿਆਂ ਦੇ ਨਾਲ, ਜਿਹੜੇ ਰਾਜਸੀ ਬੰਦੇ ਹੁੰਦੇ ਆ, ਉਹਨਾਂ ਨਾਲ ਬਾਹਲਾ ਮੇਲ ਜੋੜ ਨਹੀਂ ਕਰੀਦਾ ਹੁੰਦਾ, ਰਿਸ਼ੀਆਂ ਦਾ ਇਹਨਾਂ ਦੇ ਨਾਲ ਕੀ ਮੇਲ ਜੋਲ। ਪਰ ਬੀਬੀ ਜ਼ਿਆਦਾ ਖਿਆਲ ਕੀਤਾ ਉਹਨੇ ਵੀ ਨਹੀਂ। ਕਹਿੰਦੇ ਉਹ ਜਮਦਗਨੀ ਨੇ ਆਪਣੀ ਸ਼ਕਤੀ ਦੇ ਨਾਲ ਇੰਦਰਪੁਰੀ ਦੇ ਵਿੱਚੋਂ ਇੱਕ ਕਾਮਧੇਨ ਗਊ ਮੰਗਾਈ। ਇਹ ਪੁਰਾਣੀਆਂ ਗਾਥਾ ਮੈਂ ਤੁਹਾਨੂੰ ਮਿਸਾਲ ਤੌਰ ਤੇ ਦੱਸ ਰਿਹਾ। ਉਹ ਕਾਮਧੇਨ ਗਊ ਜਿਹੜੀ ਸੀ, ਕਾਮਧੇਨ ਗਊ ਦਾ ਭਾਵ ਹੈ ਵੀ ਜੋ ਇੱਛਾ ਕਰੋ ਤੋਂ ਸਾਰੀ ਪ੍ਰਾਪਤ ਚੀਜ਼ ਹੋ ਜਾਂਦੀ ਹੈ। ਇੱਕ ਪਾਰਜਾਤ ਬਿਰਛ ਦਾ ਨਾਂ ਹੈ, ਉਹ ਵੀ ਦੇਵਤਿਆਂ ਦੇ ਇੰਦਰ ਦੇ ਬਾਗ ਦੇ ਵਿੱਚ ਹੈ। ਕਹਿੰਦੇ ਉਹ ਵੀ ਜੋ ਤੋਂ ਇੱਛਾ ਕਰੋ ਸਾਰੀ ਇੱਛਾ ਪੂਰੀ ਹੋ ਜਾਂਦੀ ਹੈ। ਜਮਦਗਨੀ ਨੇ ਛੋਟੀ ਜਿਹੀ ਕੱਖਾਂ ਦੀ ਕੁਟੀਆ ਬਣਾਈ ਹੋਈ ਸੀ, ਉਹਦੇ ਵਿੱਚ ਆਪਣੀ ਸ਼ਕਤੀ ਦੇ ਨਾਲ ਸੁਰਗ ਦੇ ਵਿੱਚੋਂ ਉਸ ਕਾਮਧੇਨ ਗਊ ਨੂੰ ਮੰਗਾ ਕੇ ਖੜਾ ਕਰ ਦਿੱਤਾ, ਤੇ ਜਿੰਨੇ ਰਾਜੇ ਦੇ ਨਾਲ ਵੱਡੇ ਵੱਡੇ ਸਿਪਾਹ ਸਲਾਰ ਹੋਰ ਸੀਗੇ, ਉਹਨਾਂ ਨੂੰ ਸਾਰਿਆਂ ਨੂੰ ਛਕਣ ਛਕਾਉਣ ਦਾ ਪ੍ਰਬੰਧ ਕਰ ਦਿੱਤਾ। ਤੇ ਕੁਟੀਆ ਛੋਟੀ ਜਿਹੀ ਸੀਗੀ। ਸਹੰਸਰ ਬਾਹੂ ਦੇਖ ਕੇ ਬੜਾ ਹੈਰਾਨ ਹੋਇਆ ਵੀ ਥੋੜ੍ਹੀ ਜਿਹੀ ਜਗ੍ਹਾ ਵਾ, ਖਾਣ ਵਾਲੇ ਬਹੁਤ ਗਿਣਤੀ ਸੀ ਉਹਨਾਂ ਦੀ, ਇਹ ਕਿੱਥੋਂ ਪਦਾਰਥ ਆ ਗਏ। ਜਦੋਂ ਉਹਨੇ ਵੇਖਿਆ, ਕਹਿਣ ਲੱਗਾ, ਰਿਸ਼ੀ ਜੀ ਆਪੋ ਵਿੱਚ ਹੀ ਸਾਧੂ ਸੀਗੇ, ਕਹਿਣ ਲੱਗਾ ਵੀ ਇੰਨੇ ਪਦਾਰਥ ਕਿੱਥੋਂ ਆ ਗਏ। ਕਹਿੰਦਾ ਤੁਹਾਡੇ ਕੋਲ ਰਾਜ ਭਾਗ ਹੈ, ਤੁਹਾਡੀ ਰਾਜ ਸ਼ਕਤੀ ਆ, ਤੁਹਾਡੇ ਕੋਲੇ ਰਿਸ਼ੀਆਂ ਦੇ ਆਪਣੀਆਂ ਸ਼ਕਤੀਆਂ ਹੁੰਦੀਆਂ ਨੇ। ਇਹ ਕਾਮਧੇਨ ਗਊ ਮੈਂ ਸੁਰਗ ਵਿੱਚੋਂ ਮੰਗਾ ਕੇ ਤੁਹਾਡੀ ਪ੍ਰਾਹੁਣਾਚਾਰੀ ਕੀਤੀ ਹੈ। ਕਹਿੰਦੇ ਦੇਖ ਕੇ ਸਹੰਸਰ ਬਾਹੂ ਕਹਿਣ ਲੱਗਾ ਵੀ ਇਹ ਕਾਮਧੇਨ ਗਊਆਂ ਰਿਸ਼ੀਆਂ ਨੂੰ ਤਾਂ ਨਹੀਂ ਸੌਂਦੀਆਂ, ਸਾਨੂੰ ਦੇਗਾ, ਅਸੀਂ ਰਾਜੇ ਪਾਤਸ਼ਾਹ ਦੇਸ਼ ਦੇ, ਤੇ ਸਾਡੇ ਕੋਲ ਇਹੋ ਜਿਹੀਆਂ ਚੀਜ਼ਾਂ ਅਮੋਲਕ ਤਾਂ ਸਾਡੇ ਕੋਲ ਚਾਹੀਦੀਆਂ ਨੇ। ਉਹ ਕਹਿਣ ਲੱਗਾ ਠੀਕ ਹੈ, ਤੁਹਾਡੇ ਕੋਲ ਧਰਤੀ ਦਾ ਰਾਜ ਹੈ, ਸਭ ਕੁਝ ਹੈ, ਫੌਜਾਂ ਨੇ, ਬਹੁਤ ਕੁਝ ਸਮੱਗਰੀ ਦੇ ਸੰਪਤੀ ਦੇ ਤੁਸੀਂ ਮਾਲਕ ਹੋ, ਅਸੀਂ ਤਾਂ ਜੰਗਲ ਵਿੱਚ ਰਹਿੰਦੇ ਹਾਂ, ਤਪ ਕਰਦੇ ਹਾਂ, ਤੇ ਤੁਸੀਂ ਆਪਣਾ ਆਨੰਦ ਲਓ, ਅਸੀਂ ਆਪਣਾ ਆਨੰਦ ਲੈਂਦੇ ਹਾਂ। ਕਹਿੰਦੇ ਉਹ ਪਰਸ਼ੁਰਾਮ ਕਹਿਣ ਲੱਗਾ ਵੀ ਇਹ ਗਊ ਮੈਂ ਲੈਣੀ ਲੈਣੀ ਆ, ਖਹਿੜੇ ਪੈ ਗਿਆ। ਉਹਨੇ ਕਹਿੰਦੇ ਆਪਣੀ ਸ਼ਕਤੀ ਦੇ ਨਾਲ ਉਹ ਗਊ ਨੂੰ ਸਵਰਗ ਨੂੰ ਭੇਜ ਦੇਣ ਲੱਗਾ, ਤਾਂ ਉਹ ਜਿਹੜਾ ਪਰਸ਼ੁਰਾਮ ਸੀ ਉਹਨੇ ਤੀਰ ਮਾਰਿਆ ਉਸ ਗਾਂ ਦੇ, ਉਹਨੂੰ ਥੱਲੇ ਧਰਤੀ 'ਤੇ ਆ ਗਈ। ਤੇ ਉਹ ਪਰ ਉਹਨੇ ਫੇਰ ਆਪਣੀ ਸ਼ਕਤੀ ਦੇ ਨਾਲ ਉਸ ਗਊ ਨੂੰ, ਜਿਹੜਾ ਜਮਦਗਨੀ ਸੀ, ਉਹਨੂੰ ਭੇਜ ਦਿੱਤਾ। ਤੇ ਰਾਜਾ ਬੜਾ ਗੁੱਸੇ ਵਿੱਚ ਆਇਆ, ਕਹਿੰਦੇ ਤਲਵਾਰ ਮਾਰ ਕੇ ਉਹਨੇ ਜਮਦਗਨੀ ਦਾ ਸਿਰ ਕਤਲ ਕਰ ਦਿੱਤਾ। ਘਰ ਵਾਲੀ ਬੀਬੀ ਵਿਚਾਰੀ ਰੇਣਕਾ ਬੜੀ ਸ਼ੋਕ ਦੇ ਵਿੱਚ ਆ ਕੇ ਰੋਈ ਪਿੱਟੀ। ਜਦ ਨੂੰ ਰਾਜਾ ਇਹ ਕੰਮ ਕਰਕੇ ਚਲਿਆ ਗਿਆ, ਹੋਰ ਇੱਕ ਦੁੱਖ ਪੈਦਾ ਕਰ ਗਿਆ, ਖੁਸ਼ੀ ਦੇ ਤੋਂ ਗਮੀ ਪੈਦਾ ਹੋ ਗਈ। ਕਹਿੰਦੇ ਫਿਰ ਉਹਦਾ ਪੁੱਤਰ ਸੀ ਪਰਸ਼ੁਰਾਮ, ਤੁਸੀਂ ਕਈ ਵਾਰ ਵੇਖਿਆ ਹੋਵੇ ਪਰਸ਼ੁਰਾਮ ਦੇ ਮੋਢੇ 'ਤੇ ਐਂ ਕੁਹਾੜਾ ਰੱਖਿਆ ਹੋਇਆ, ਉਹਦੇ ਚਿੱਤਰ ਬਣਾਏ ਹੋਏ ਨੇ ਕਈ ਸਥਾਨਾਂ ਦੇ ਵਿੱਚ। ਪਰਸ਼ੁਰਾਮ ਜਦੋਂ ਆਇਆ ਆਪਣੀ ਮਾਂ ਨੂੰ ਦੇਖ ਕੇ ਰੋਂਦਾ, ਕਹਿੰਦਾ ਮਾਂ ਕੀ ਗੱਲ ਹੋ ਗਈ। ਕਹਿੰਦੀ ਆਹ ਭਾਣਾ ਬਿਰਦੀ। ਉਹਨੇ ਆਪਣਾ ਕੁਹਾੜਾ ਲਿਆ। ਪਰਸ਼ੁਰਾਮ ਜਿਹੜਾ ਸੀਗਾ ਸਹੰਸਰ ਬਾਹੂ, ਉਹਦੀਆਂ ਬਾਹਾਂ 'ਚ ਬੜਾ ਬਲ ਸੀ, ਹਜ਼ਾਰਾਂ ਬਾਹਾਂ ਜਿੰਨਾ ਬਲ ਉਹਨੂੰ ਵਿਦਵਾਨ ਕਹਿੰਦੇ ਨੇ ਵੀ ਇੰਨਾ ਸ਼ਕਤੀ ਸੀ ਉਹਦੇ ਵਿੱਚ। ਉਹਨੇ ਮਾਰ ਮਾਰ ਕੇ ਕੁਹਾੜਾ ਸਾਰੀਆਂ ਬਾਹਾਂ ਕੱਟ ਦਿੱਤੀਆਂ ਤੇ ਵਿਨਾਸ਼ ਕਰ ਦਿੱਤਾ ਉਹਦਾ। ਇਹ ਕਾਮਧੇਨ ਗਊਆਂ ਤਾਂ ਪੁਆੜੇ ਪਾਉਣ ਵਾਲੀਆਂ ਨੇ। ਸਤਿਗੁਰੂ ਮਹਾਰਾਜ ਜੀ ਨੇ ਰੋਜ਼ ਸੁਖਮਨੀ ਸਾਹਿਬ ਦਾ, ਮੇਰੀਆਂ ਭੈਣਾਂ ਵੀ ਕੋਈ ਸੱਜਣ ਪੜ੍ਹਦੇ ਨੇ, ਮਹਾਰਾਜ ਨੇ ਕਿਹਾ
ਜਿਹੜੀ ਪਾਰਜਾਤ ਦੀ ਗੱਲ ਕਰਦੇ ਹੋ ਤੁਸੀਂ ਵੀ ਸੁਰਗ ਵਿੱਚ ਪਾਰਜਾਤ ਹੈ, ਬ੍ਰਿਸ਼ਾ ਕਲਪ ਕਾਮਧੇਨ ਗਊ, ਉੱਥੇ ਕਹਿੰਦੇ ਪਾਰਜਾਤ ਹੋ ਹਰ ਕੋ ਨਾਮ, ਪ੍ਰਭੂ ਦਾ ਸਿਮਰਨ ਕਰੋ, ਇਹੀ ਪਾਰਜਾਤ ਹੈ। ਕਾਮਧੇਨ ਹਰ ਹਰ ਗੁਣ ਗਾਓ, ਪਰਮਾਤਮਾ ਦੇ ਗੁਣਾਂ ਦਾ ਗਾਇਨ ਕਰੋ, ਉਹਦੀ ਸਿਫਤ ਸਲਾਹ ਕਰੋ, ਇਹੀ ਕਾਮਧੇਨ ਹੈ ਗੁਰਸਿੱਖਾਂ ਲਈ, ਹੋਰ ਕੋਈ ਕਾਮਧੇਨ ਦੀ ਲੋੜ ਨਹੀਂ ਤੁਹਾਨੂੰ। ਇਹ ਪ੍ਰਸੰਗ ਜਿਹੜੇ ਨੇ ਜਮਦਗਨੀ ਰਿਸ਼ੀ ਦਾ, ਪਰਸਰਾਮ ਦੀ ਗੱਲ, ਇਹ ਸਵਈਆਂ ਦੇ ਵਿੱਚ ਆਈ ਹੈ ਵੀ ਇਸ ਤਰ੍ਹਾਂ ਦੇ ਜਿਹੜੇ ਬੜੇ ਬੜੇ ਸ਼ਕਤੀਸ਼ਾਲੀ ਸੀ, ਉਹ ਵੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਗੁਣਾਂ ਦਾ ਗਾਇਨ ਕਰਦੇ ਨੇ, ਉਹਨਾਂ ਨੂੰ ਯਾਦ ਕਰਦੇ ਨੇ, ਉਹਨਾਂ ਦੀ ਚਿੰਤਨ ਕਰਦੇ ਨੇ। ਉਹਦਾ ਇਸ ਪ੍ਰਸੰਗ ਦੇ ਵਿੱਚ ਇਹ ਸ਼ਬਦ ਆਏ ਨੇ, ਗਾਵੇ ਕਪਿਲਾਦ ਆਦ ਜੋਗੇਸ਼ਰ ਅਪਰੰਪਰ ਅਵਤਾਰ ਵਰੋ, ਗਾਵੇ ਜਮਦਗਨ ਪਰਸਰਾਮੇਸ਼ਰ ਕਰ ਕੁਠਾਰ ਰਗ ਤੇਜ ਹਰਿਓ। ਫਿਰ ਇਹ ਜਦੋਂ ਰਾਮਚੰਦਰ ਜੀ ਨੂੰ ਮਿਲਿਆ, ਇਹਨੇ 21 ਵਾਰੀ ਛਤਰੀਆਂ ਨੂੰ ਮਾਰ ਕੇ ਉਹਨਾਂ ਦੇ ਲਹੂ ਦੇ ਵਿੱਚ ਨਹਾਤਾ ਪਰਸਰਾਮ। ਪਰ ਜਦੋਂ ਕਹਿੰਦੇ ਤ੍ਰੇਤੇ ਯੁੱਗ ਦੇ ਰਾਮ ਦੇ ਨਾਲ ਇਹਦਾ ਸੰਬੰਧ ਹੋਇਆ ਤੇ ਰਾਮ ਨੇ ਇਹਦੀ ਸਾਰੀ ਸ਼ਕਤੀ ਜਿਹੜੀ ਖਿੱਚ ਲਈ ਹੈ, ਉਹ ਕੁਹਾੜਾ ਜਿਹੜਾ ਮੋਢੇ ਤੇ ਰੱਖਿਆ ਸੀ, ਰਗ ਤੇਜ ਹਰਿਓ, ਉਹ ਕੁਹਾੜਾ ਥੱਲੇ ਡਿੱਗ ਪਿਆ, ਉਹਦੀ ਸ਼ਕਤੀ ਸਾਰੀ ਖੀਨ ਕਰਤੀ। ਇਹ ਪ੍ਰਸੰਗ ਇਸ ਤਰ੍ਹਾਂ ਦੇ ਜਿਹੜੇ ਸਨਾਤਨ ਧਰਮ ਵਾਲਿਆਂ ਦੇ ਵਿੱਚ ਆਉਂਦੇ ਸੀ। ਮਹਾਰਾਜ ਕਹਿੰਦੇ ਉਹ ਵੀ ਗੁਰੂ ਨਾਨਕ ਦੇ ਗੁਣ ਗਾਉਂਦੇ ਨੇ, ਭਾਵੇਂ ਸ਼ਕਤੀਸ਼ਾਲੀ ਲੋਕਾਂ ਨੇ ਉਹਨਾਂ ਨੂੰ ਮੰਨਿਆ। ਇਹ ਗੱਲ ਇਹਦੇ ਵਿੱਚ ਪ੍ਰਸੰਗ ਵਿੱਚ ਆਈ ਹੈ। ਪਰਸਰਾਮ ਸੰਬੰਧਿਤ ਪਰਸਰਾਮੇਸ਼ਰ ਦਾ ਅਰਥ ਪਰਸਰਾਮ। ਉਦੋਂ ਅਕਰੂਰ ਬਿਦਰ ਗੁਣ ਗਾਵੇ, ਸਰਬਾਤਮ ਜਿਨ ਜਾਣਿਓ, ਕਵ ਕਲ ਸੁਜਸ ਗਾਵੋ ਗੁਰੂ ਨਾਨਕ, ਰਾਜ ਜੋਗ ਜੈ ਮਾਣਿਓ। ਗਾਵੇਂ ਗੁਣ ਵਰਨ ਚਾਰ ਖੜ ਦਰਸ਼ਨ, ਬ੍ਰਹਮਾਦਿਕ ਸਿਮਰੰਥ ਗੁਣਾ, ਗਾਵੇ ਗੁਣ ਸੇਸ ਸਹਸ ਜਿਹਵਾ ਰਸ, ਆਦ ਅੰਤ ਲਿਵ ਲਾਗ ਧੁਨਾ। ਗਾਵੇ ਗੁਣ ਮਹਾਦੇਵ ਬੈਰਾਗੀ, ਜਿਨ ਧਿਆਨ ਨਿਰੰਤਰ ਜਾਣਿਓ, ਕਵ ਕਲ ਸੁਜਸ ਗਾਵੋ ਗੁਰੂ ਨਾਨਕ, ਰਾਜ ਜੋਗ ਜਿਨ ਮਾਣਿਓ। ਰਾਜ ਜੋਗ ਮਾਣਿਓ ਬਸਿਓ ਨਿਰਵੈਰ ਰਿਦੰਤਰ, ਸ੍ਰਿਸ਼ਟ ਸਗਲ ਉਧਰੀ, ਨਾਮ ਲੈ ਤਰਿਓ ਨਿਰੰਤਰ। ਇਹ ਚਾਰ ਛੰਦ ਜਿਹੜੇ ਸੀਗੇ, 5 ਛੰਦ, ਇਹ ਤਾਂ ਕਲਸ ਛੰਦ। ਅਗਲੇ ਜਿਹੜੇ ਨੇ ਛੰਦ ਉਹ ਹੈਗੇ ਨੇ ਛੱਪੇ ਛੰਦ, 11-13 ਮਾਤਰਾ ਇਹਦੀਆਂ, 4 ਤੁਕਾਂ, ਫਿਰ ਅਗਲੇ ਦੀਆਂ 13-15। ਰਾਜ ਜੋਗ ਮਾਣਿਓ ਬਸਿਓ ਨਿਰਵੈਰ ਰਿਦੰਤਰ। ਰਿਦੰਤਰ 2 ਸ਼ਬਦਾਂ ਦੀ ਸੰਧੀ ਹੈ, ਹਿਰਦੇ ਵਿੱਚ। ਸ੍ਰਿਸ਼ਟ ਸਗਲ ਉਧਰੀ, ਨਾਮ ਲੈ ਤਰਿਓ ਨਿਰੰਤਰ। ਇਹ ਕਈ ਸ਼ਬਦ ਅਨਵੇਂ ਲੱਗਦੇ ਨੇ, ਉਹਨਾਂ ਨੂੰ ਦਿਲ ਦੀਪਕ ਵੀ ਹੁੰਦੇ ਨੇ। ਨਾਮ ਦੁਆਰਾ ਸੰਸਾਰ ਦਾ ਉਧਾਰ ਕੀਤਾ, ਨਾਮ ਮਮੇ ਨੂੰ ਸਿਹਾਰੀ ਲੱਗੀ ਹੋਈ ਹੈ, ਪਰ ਵਿਸਰਾਮ ਇਹਦਾ ਅਸੀਂ ਕਰਾਂਗੇ। ਸ੍ਰਿਸ਼ਟ ਸਗਲ ਉਧਰੀ, ਨਾਮ ਲੈ ਤਰਿਓ ਨਿਰੰਤਰ, ਗੁਣ ਗਾਵਹਿ ਸੰਕਾਦ, ਆਦ ਜਨਕਾਦ ਜੁਗਹ ਲਗ। ਸੰਕਾਦ ਦੇ ਉੱਤੇ ਦਾ ਵਿਸਰਾਮ। ਗੁਣ ਗਾਵੇ ਸੰਕਾਦ, ਸਨਕ ਆਦਿਕ, 2 ਸ਼ਬਦਾਂ ਦੀ ਸੰਧੀ ਹੈ। ਸਨਕ, ਸਨੰਦਨ, ਸਨਾਤਨ, ਸੰਤ ਕੁਮਾਰ, ਇਹ 4 ਜਿਹੜੇ ਬ੍ਰਹਮਾ ਦੇ ਪੁੱਤਰ ਨੇ, ਇਹਨਾਂ ਦਾ ਨਾਮ ਹੈ ਸੰਦਨ, ਸੰਤ ਕੁਮਾਰ। ਸੰਦ ਸਨਕਾਦਿਕ, ਸਨਕ, ਸਨੰਦਨ, ਸੰਤ ਕੁਮਾਰ। ਗੁਣ ਗਾਵੇ ਸੰਕਾਦ, ਆਦ ਜਨਕਾਦ ਜੁਗਹ ਲਗ, ਧੰਨ ਧੰਨ ਗੁਰ ਧੰਨ, ਜਨਮ ਸਕਿਆਥ ਭਲੋ ਜਗ। ਸਕਿਆਥ, ਸੱਸਾ ਕੱਕਾ, ਈਵੜੀ ਸਿਹਾਰੀ ਈਵੜੀ, ਐੜਾ ਮੁਕਤਾ ਤੇ ਥੱਥਾ, ਇਹਦਾ ਉਚਾਰਨ ਸਕਿਆਥ। ਭਲੋ ਜਗ, ਜਿੱਥੇ ਵੀ ਆਵੇ ਇਹਦਾ। ਪਾਤਾਲਪੁਰੀ ਜੈਕਾਰ ਧੁਨ, ਕਾਵੇ ਜਨ ਕਲ ਵਖਾਣਿਓ, ਹਰਨਾਮ ਰਸਕ ਨਾਨਕ ਗੁਰ, ਰਾਜ ਜੋਗ ਤੈ ਮਾਣਿਓ। ਅੱਗੇ ਸਤਜੁਗ ਤੈ ਮਾਣਿਓ, ਛਲਿਓ ਬਲ ਬਾਵਨ ਪਹਾਇਓ। ਇਹ ਫਿਰ ਅਕਾਲ ਪੁਰਖ ਵਾਹਿਗੁਰੂ ਦੀ ਸ਼ਕਤੀ ਹੈ ਵੀ। ਤੇ ਇਸ ਅਕਾਲ ਪੁਰਖ ਵਾਹਿਗੁਰੂ ਨੇ ਆਪਣੀ ਸ਼ਕਤੀ ਦੇ ਨਾਲ ਪਿੱਛੇ ਜਿਹੜੇ ਕੌਤਕ ਕੀਤੇ ਨੇ,
ਉਹਨਾਂ ਦਾ ਵਰਣਨ ਇਸ ਚੰਦ ਦੇ ਵਿੱਚ ਕੀਤਾ ਗਿਆ। ਉਹ ਤੈ ਜਿਹੜਾ ਸ਼ਬਦ ਹੈ ਉਹ ਪ੍ਰਣਾਮ ਇੱਕ ਬਚਨ ਦਾ, ਉਹ ਇਹ ਤੈ ਦੇ ਉੱਤੇ ਬਿੰਦੀ ਨਹੀਂ ਲਾਉਣੀ। ਕੁਝ ਬਿੰਦੀ ਵਿਦਵਾਨ ਲਾਉਂਦੇ ਨੇ, ਉਹਨੂੰ ਉੱਤਮ ਪੁਰਸ਼ ਕਰਦੇ ਨੇ, ਪਰ ਇਹ ਸਤਿਯੁਗ ਤੈ ਮਾਣਿਓ ਛਲਿਓ ਬਲ ਬਾਵਨ ਭਾਇਓ ਤ੍ਰੇਤੈ ਤੈ ਮਾਣਿਓ ਰਾਮ ਰਗਵੰਸ਼ ਕਹਾਇਓ ਦੁਆਪਰ ਕ੍ਰਿਸ਼ਨ ਮੁਰਾਰ ਕੰਸ ਕਿਰਤਾਰ ਸਕੀਓ ਉਗਰਸੈਨ ਕੋ ਰਾਜ ਅਭੈ ਭਗਤਾ ਜਨ ਦੀਓ ਕਲਯੁਗ ਪ੍ਰਮਾਣ ਨਾਨਕ ਗੁਰ ਅੰਗਦ ਅਮਰ ਕਹਾਇਓ ਸ੍ਰੀ ਗੁਰੂ ਰਾਜ ਅਵਿਚਲ ਅਟਲ ਆਦਿ ਪੁਰਖ ਫੁਰਮਾਇਓ। ਤਿੰਨ ਸ਼ਬਦ ਗੁਰਬਾਣੀ ਵਿੱਚ ਆਉਂਦੇ ਨੇ ਸਾਧ ਸੰਗਤ ਜੀ। ਇੱਕ ਸ਼ਬਦ ਹੈ ਅਵਿਨਾਸੀ, ਐੜਾ ਜਮਾ ਡੈਸ ਪਾ ਕੇ, ਅੱਗੇ ਆ ਵਿਨਾਸੀ, ਵਿਨਾਸ਼ ਹੋ ਜਾਣੀ, ਨਾਸ਼ ਹੋਣ ਵਾਲੀ ਚੀਜ਼, ਉਹਨੂੰ ਪੜ੍ਹਨਾ ਅਸੀਂ ਅਵਿਨਾਸੀ। ਦੂਸਰਾ ਸ਼ਬਦ ਹੈ ਅਵਿਗਤ, ਜੋ ਸਰੀਰ ਤੋਂ ਰਹਿਤ ਪ੍ਰਮਾਤਮਾ ਹੈ, ਉਹਦਾ ਕੋਈ ਚੱਕਰ ਚੇਨ ਨਹੀਂ ਹੈ, ਉਹ ਵੀ ਐੜਾ ਅਵਿਅਕਤ, ਅਵਿਅਕਤ ਐੜਾ ਅੱਗੇ। ਆਹ ਸ਼ਬਦ ਜਿਹੜਾ ਸ੍ਰੀ ਗੁਰੂ ਰਾਜ ਅਵਿਚਲ ਅਟਲ, ਅਸੀਂ ਕਹਿੰਦੇ ਅਵਚਲ, ਅਸੀਂ ਐੜਾ ਤੇ ਬੱਬਾ ਦੋਵੇਂ ਸ਼ਬਦ ਇਕੱਠੇ ਪੜ੍ਹਦੇ ਹਾਂ। ਥੋੜ੍ਹੀ ਜਿਹੀ ਬਰੀਕੀ ਵਾਲੀ ਗੱਲ ਹੁੰਦੀ ਹੈ, ਸਾਡੇ ਪੱਕੇ ਹੁੰਦੇ ਨੇ ਸ਼ਬਦ। ਮੈਂ ਵੀ ਜਦ ਕਹੂੰਗਾ ਕਹਿਣਗੇ ਵੀ ਇਹ ਨਵੀਆਂ ਨਵੀਆਂ ਗੱਲਾਂ ਕਰਦੇ ਹੋ। ਇਹ ਹੈਗਾ ਵਿਚਲ ਸ਼ਬਦ, ਵਿਚਲ, ਜਿਹੜਾ ਵਿਚਲਤ ਨਾ ਹੋਵੇ, ਚਲਾਏਮਾਨ ਨਾ ਹੋਵੇ। ਜਿਹੜਾ ਹੁੰਦਾ ਵਿਚਲ, ਉਹ ਹੁੰਦਾ ਚਲਾਏਮਾਨ ਹੋਣ ਵਾਲੀ, ਜਿਹੜੀ ਸਦਾ ਇੱਕ ਰਸ ਨਾ ਰਹੇ, ਉਹ ਫਿਰ ਐੜਾ ਅੱਗੇ ਲਾ ਕੇ ਬਣ ਗਿਆ ਅਵਿਚਲ। ਜਿਹੜੀ ਵਿਚਲਿਤ ਨਹੀਂ ਹੁੰਦੀ, ਜਿਹੜਾ ਚਲਾਏਮਾਨ ਨਹੀਂ ਹੁੰਦਾ, ਉਹ ਜਿਸ ਤਰ੍ਹਾਂ ਕਹਿੰਦੇ, ਅਸੀਂ ਕਹਿੰਦੇ ਅਵਚਲ ਨਗਰ, ਅਵਚਲ ਨਹੀਂ ਅਵਿਚਲ, ਸ਼ਬਦ ਉਹੀ ਹੈ। ਅੱਗੇ ਐੜਾ ਥੋੜ੍ਹਾ ਜਿਹਾ ਪੜ੍ਹ ਕੇ ਅਸੀਂ ਅਵਿਚਲ ਨਗਰ ਗੋਬਿੰਦ ਗੁਰੂ ਕਾ ਅਵਿਚਲ, ਅਸੀਂ ਕਹਿੰਦੇ ਅਵਚਲ, ਐੜਾ ਬੱਬਾ ਲਾਉਣੇ ਨਾਲ। ਅੱਖਰ ਚਾਰ ਨੇ, ਪਰ ਉਹਦੇ ਉਚਾਰਨ ਦਾ ਢੰਗ ਹੈ ਵੀ ਉਹਦੇ ਥੱਲੇ ਐੜਾ ਜਿਹੜਾ ਉਹਦਾ ਗੇਤਰ ਹੈ, ਉਹਨੂੰ ਥੋੜ੍ਹਾ ਜਿਹਾ ਡੈਸ ਲਾ ਕੇ ਸ੍ਰੀ ਗੁਰੂ ਅਵਿਚਲ ਅਟਲ ਆਦਿ ਪੁਰਖ ਫੁਰਮਾਇਓ। ਗੁਣ ਗਾਵੈ ਰਵਿਦਾਸ ਭਗਤ ਜੈ ਦੇਵ ਤਿਰਲੋਚਨ। ਕਈ ਵੀਰ ਭਗਤ ਦੇ ਉੱਤੇ ਇਹਦਾ ਵਿਸਰਾਮ ਲਾਉਂਦੇ ਨੇ, ਪਰ ਇਹ ਛੱਪੇ ਛੰਦ ਹੈ। ਇਹਦੀਆਂ 11 ਮਾਤਰਾ ਜਿਹੜੀਆਂ ਨੇ ਉਹ ਰਵਿਦਾਸ ਦੇ ਉੱਤੇ ਪੂਰੀਆਂ ਹੁੰਦੀਆਂ ਨੇ। ਗੁਣ ਗਾਵੈ ਰਵਿਦਾਸ ਭਗਤ ਜੈ ਦੇਵ ਤਿਰਲੋਚਨ ਨਾਮਾ ਭਗਤ ਕਬੀਰ ਸਦਾ ਗਾਵੈ ਸਮਲੋਚਨ। ਸਾਧ ਸੰਗਤ ਦੀ 15 ਭਗਤਾਂ ਦੀ ਬਾਣੀ ਗੁਰਬਾਣੀ ਵਿੱਚ ਅੰਕਿਤ ਹੈ। ਕੱਲ੍ਹ ਵੀ ਮੈਂ ਬੇਨਤੀ ਕੀਤੀ ਸੀ, ਫਿਰ ਮੈਂ ਦੁਬਾਰਾ ਕਰਨ ਲੱਗਾ। ਇਹ ਭਗਤ ਜਿਹੜੇ ਨੇ ਜਗਤ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ 13 ਭਗਤ ਸਮਕਾਲੀ ਸੀ। ਉਸ ਸਮੇਂ ਦੇ ਜਦੋਂ ਗੁਰੂ ਨਾਨਕ ਦੇਵ ਮਹਾਰਾਜ ਸੰਸਾਰ ਵਿੱਚ ਆਏ, ਉਹਨਾਂ ਦੇ ਸਮੇਂ ਹੀ ਇਹ ਭਗਤ ਹੋਏ ਨੇ, ਆਪੋ ਵਿੱਚ ਹੀ ਮਿਲਦੇ ਗਿਲਦੇ ਰਹੇ ਨੇ। ਪਹਿਲਾਂ ਇਹ ਸਰਗੁਣ ਦੇ ਉਪਾਸ਼ਕ ਸਨ। ਜਦੋਂ ਗੁਰੂ ਨਾਨਕ ਦਾ ਮੇਲ ਹੋਇਆ, ਇਹਨਾਂ ਨੂੰ ਗੁਰੂ ਨਾਨਕ ਦੇ ਚਰਨ ਪਰਸੇ, ਫਿਰ ਇਹ ਨਿਰਗੁਣ ਧਾਰਾ ਦੇ ਵਿੱਚ ਆ ਗਏ ਵੀ ਇੱਕ ਬ੍ਰਹਮ ਦੀ ਉਪਾਸਨਾ ਕਰਨ ਵਾਲੇ ਬਣ ਗਏ। ਪਹਿਲਾਂ ਅਵਤਾਰਵਾਦੀ ਸਨ। ਇਹ ਉਹ ਭਗਤਾਂ ਦੀ ਬਾਣੀ ਗੁਰਬਾਣੀ ਦੇ ਵਿੱਚ ਅੰਕਿਤ ਹੋਈ ਹੈ, ਜਿਨ੍ਹਾਂ ਨੇ ਗੁਰੂ ਨਾਨਕ ਦੀ ਨਿਰਮਲ ਧਾਰਾ ਨੂੰ ਪ੍ਰਵਾਨ ਕੀਤਾ। ਦੇਖੋ ਸਤਿਗੁਰੂ ਮਹਾਰਾਜ ਜੀ ਦਾ ਇਹ ਪਾਵਨ ਬਚਨ ਭੱਟਾਂ ਨੇ ਬੜੇ ਕਹਿੰਦੇ, ਗੁਣ ਗਾਵੈ ਰਵਿਦਾਸ। ਗੁਰੂ ਨਾਨਕ ਦਾ ਗੁਣ ਰਵਿਦਾਸ ਭਗਤ ਵੀ ਗਾ ਰਿਹਾ ਹੈ, ਫਿਰ ਜੈਦੇਵ ਵੀ ਗਾ ਰਿਹਾ ਹੈ, ਤਿਰਲੋਚਨ ਗਾ ਰਿਹਾ ਹੈ, ਨਾਮਾ ਗਾ ਰਿਹਾ ਹੈ, ਕਬੀਰ ਗਾ ਰਿਹਾ ਹੈ। ਇਹ ਸਾਰੇ ਸਮਦ੍ਰਿਸ਼ਟੀ ਭਗਤ ਸਨ। ਕਈ ਗੱਲਾਂ ਲੋਕਾਂ ਨੂੰ ਨਹੀਂ ਪਤਾ। ਹਿੰਦੁਸਤਾਨ ਦੇ ਬਾਹਰਲੇ ਸੂਬਿਆਂ ਜਿਨ੍ਹਾਂ ਪ੍ਰਾਂਤਾਂ ਵਿੱਚ ਇਹ ਭਗਤ ਹੋਏ ਨੇ, ਉਹਨਾਂ ਯੂਨੀਵਰਸਿਟੀਆਂ ਦੇ ਵਿੱਚ ਬੜੇ ਬੜੇ ਜਿਹੜੇ ਵਿਦਵਾਨ ਹੋਏ ਨੇ, ਉਹਨਾਂ ਨੇ ਇਹਨਾਂ ਦੇ ਉੱਤੇ ਬਹੁਤ ਸਾਰੇ ਪੁਸਤਕ ਵੀ ਲਿਖੇ, PhDਆਂ ਕੀਤੀਆਂ ਨੇ। ਉਹਨਾਂ ਦੇ ਵੀ ਇਹੀ ਵਿਚਾਰ ਹੈ ਕਿ ਇਹ ਭਗਤ ਜਿਹੜੇ ਸਨ ਗੁਰੂ ਨਾਨਕ ਦੇ ਸਮਕਾਲੀ ਸਨ। 13 ਭਗਤ, 2 ਭਗਤ ਜਿਹੜੇ ਸੀ ਗੁਰੂ ਅਮਰਦਾਸ ਮਹਾਰਾਜ ਜੀ ਦੇ ਸਮਕਾਲੀ ਸਨ।
ਇਹ ਭਗਤਾਂ ਨੇ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਨਿਰਮਲ ਧਾਰਾ ਦੇ ਧਾਰਨੀ ਬਣੇ। ਉਹਨਾਂ ਦੀ ਬਾਣੀ ਗੋਸ਼ਟਾਂ ਵੀ ਲਿਖੀਆਂ ਹੋਈਆਂ ਸਾਧ ਸੰਗਤ ਜੀ, ਸਾਡੇ ਜਨਮ ਸਾਖੀਆਂ ਪੁਰਾਣੀਆਂ। ਇੱਥੇ ਇੱਕ ਸਾਡੇ ਇੰਗਲੈਂਡ ਦੇ ਵਿੱਚ ਜਿਹੜੀ ਅਜਾਇਬ ਘਰ ਹੈ ਵੱਡਾ, ਕੋਈ ਹੈਗੀ ਪੁਸਤਕਾਲਾ ਹੈ, ਉਹਦੇ ਵਿੱਚ ਇੱਕ ਜਨਮ ਸਾਖੀ ਪਈ ਹੈ। ਉਹਦੇ ਵਿੱਚ ਵੀ ਗੁਰੂ ਨਾਨਕ ਦਾ ਅਤੇ ਕਬੀਰ ਜੀ ਦਾ ਸੰਵਾਦ ਕਾਫੀ ਲੰਬਾ ਲਿਖਿਆ ਹੋਇਆ, ਫੋਟੋ ਵੀ ਉਹਦੇ ਚਿੱਤਰ ਵੀ ਬਣਾਏ ਹੋਏ ਨੇ। ਵੀ ਉਹ ਕਬੀਰ ਜਿਹੜਾ ਸੀਗਾ ਅਤੇ ਕੁਝ ਸਾਡੇ ਬੰਦੇ ਉਹ ਹੋਏ ਜਿਨ੍ਹਾਂ ਨੇ ਕਿਹਾ ਵੀ ਕਬੀਰ ਤਾਂ ਗੁਰੂ ਨਾਨਕ ਦੇ ਗੁਰੂ ਸਨ, ਉਲਟਾ ਧਾਰਾ ਗੰਗਾ ਦੀ ਵਗਾਈ ਲੋਕਾਂ ਨੇ, ਸਾਡੇ ਇਤਿਹਾਸ ਨੂੰ ਵਿਗਾੜਿਆ। ਪਰ ਸਾਡੀਆਂ ਜਨਮ ਸਾਖੀਆਂ ਜਿਹੜੀਆਂ ਨੇ ਉਹ ਇਹ ਕਹਿ ਰਹੀਆਂ ਨੇ ਵੀ ਇਹ ਸਾਰੀਆਂ ਗੋਸ਼ਟਾਂ ਗੁਰੂ ਨਾਨਕ ਦੇ ਨਾਲ ਇਹਨਾਂ ਦੀਆਂ ਭਗਤਾਂ ਦੀਆਂ ਹੁੰਦੀਆਂ ਰਹੀਆਂ। ਔਰ ਉਹ ਭਗਤਾਂ ਦੀ ਬਾਣੀ ਸਤਿਗੁਰੂ ਜੀ ਦੀ ਅੰਮ੍ਰਿਤ ਬਾਣੀ ਵਿੱਚ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਸੰਪਾਦਨ ਸਮੇਂ ਫਿਰ ਉਸ ਨੂੰ ਆਪਣੇ ਹਿਰਦੇ ਵਿੱਚ ਥਾਂ ਦਿੱਤਾ, ਦਿਲ ਵਿੱਚ ਥਾਂ ਦਿੱਤਾ। ਉਹਨਾਂ ਭਗਤਾਂ ਨੂੰ ਪ੍ਰਵਾਨ ਕੀਤਾ। ਉਹਨਾਂ ਭਗਤਾਂ ਦਾ ਜ਼ਿਕਰ ਭੱਟਾ ਨੇ ਇੱਥੇ ਕੀਤਾ ਵੀ ਉਹ ਗੁਰੂ ਮਹਾਰਾਜ ਦੇ ਮੈਂ ਲੱਗਾ ਬੱਬਾ, ਉਹ ਬੱਬੇ ਦੇ ਨਾਲ ਸੱਸੇ ਨੂੰ ਔਂਕੜ ਅੱਗੇ ਐਡਾ ਉਹਦਾ